ਸਤਿ ਸ੍ਰੀ ਅਕਾਲ। ਅੱਜ ਆਪਾਂ ਰਮਾਇਣ ਦੀ ਦੁਨੀਆ ਵਿੱਚ ਥੋੜਾ ਗਹਿਰਾਈ ਵਿੱਚ ਜਾਵਾਂਗੇ। ਹਾਂਜੀ। ਸਾਡਾ ਧਿਆਨ ਰਹੇਗਾ ਮੁੱਖ ਪਾਤਰਾਂ ਤੇ, ਜਿਵੇਂ ਰਾਮ, ਸੀਤਾ, ਲਕਸ਼ਮਣ, ਹਨੂਮਾਨ ਤੇ ਰਾਵਣ ਵੀ, ਤੇ ਰਾਮ ਸੇਤੂ ਵਰਗੀਆਂ ਘਟਨਾਵਾਂ ਵੀ, ਹੈ ਨਾ? ਬਿਲਕੁਲ। ਇਸ ਲਈ ਅਸੀਂ ਕਈ ਸਾਰੇ ਸਰੋਤ ਦੇਖੇ ਨੇ, ਵਾਲਮੀਕੀ ਰਮਾਇਣ, ਰਾਮਚਰਿਤਮਾਨਸ, ਹੋਰ ਵੀ ਕਈ ਰੂਪ, ਪੁਰਾਣ, ਮਹਾਭਾਰਤ, ਵਿਕੀਪੀਡੀਆ ਦੇ ਕੁਝ ਹਿੱਸੇ, ਅਕਾਦਮਿਕ ਪੇਪਰ ਤੇ ਉਹ ISRO ਵਾਲੀ ਰਾਮ ਸੇਤੂ ਦੀ ਮੈਪਿੰਗ ਵੀ ਜੋ ਹੁਣੇ ਜਾਈ ਹੈ। ਹਾਂਜੀ, ਮਕਸਦ ਇਹੀ ਹੈ ਕਿ ਇਹਨਾਂ ਸਭ ਚੋਂ ਮੁੱਖ ਗੱਲਾਂ, ਕੁਝ ਦਿਲਚਸਪ ਤੱਥ ਤੇ ਅਲੱਗ-ਅਲੱਗ ਨਜ਼ਰੀਏ ਸਾਂਝੇ ਕਰੀਏ। ਸਹੀ ਗੱਲ ਹੈ, ਕਿਉਂਕਿ ਵੱਖ-ਵੱਖ ਸਰੋਤਾਂ ਨੂੰ ਇਕੱਠਿਆਂ ਦੇਖਣ ਨਾਲ ਨਾ ਇੱਕ ਬਹੁਤ ਪਰਤੀ ਸਮਝ ਬਣਦੀ ਹੈ ਤੇ ਪਤਾ ਲੱਗਦਾ ਕਿ ਇਹ ਪਾਤਰ ਤੇ ਘਟਨਾਵਾਂ ਅੱਜ ਵੀ ਕਿੰਨੀਆਂ ਅਹਿਮ ਨੇ। ਇਹ ਸਿਰਫ ਕਹਾਣੀ ਨਹੀਂ, ਮਤਲਬ ਕਦਰਾਂ ਕੀਮਤਾਂ ਦੀ ਗੱਲ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ ਸ਼੍ਰੀ ਰਾਮ ਤੋਂ। ਮਰਿਆਦਾ ਪੁਰਸ਼ੋਤਮ, ਉਹਨਾਂ ਨੂੰ ਵਿਸ਼ਨੂੰ ਦਾ 7ਵਾਂ ਅਵਤਾਰ ਕਿਹਾ ਜਾਂਦਾ ਹੈ, ਰਾਜਾ ਦਸ਼ਰਥ ਤੇ ਕੌਸ਼ਲਿਆ ਦੇ ਪੁੱਤਰ। ਹਾਂ, ਤੇ ਕੁਝ ਖਗੋਲੀ ਗਣਨਾਵਾਂ ਤਾਂ ਉਹਨਾਂ ਦਾ ਜਨਮ ਵੀ ਦੱਸਦੀਆਂ ਨੇ, ਮਤਲਬ 5114 ਈਸਾ ਪੂਰਵ ਦੇ ਕਰੀਬ। ਅੱਛਾ, ਪਰ ਮਰਿਆਦਾ ਪੁਰਸ਼ੋਤਮ ਦਾ ਅਸਲ ਮਤਲਬ ਕੀ ਹੋਇਆ ਫਿਰ? ਮਤਲਬ ਉਹ ਇਨਸਾਨ ਜੋ ਹਰ ਤਰ੍ਹਾਂ ਦੀ ਮਰਿਆਦਾ, ਨਿਯਮ, ਨੈਤਿਕਤਾ ਦੀ ਪਾਲਣਾ ਵਿੱਚ ਸਭ ਤੋਂ ਉੱਤਮ ਹੋਵੇ। ਰਾਮ ਨੂੰ ਸੱਚ, ਧਰਮ, ਇੱਕ ਆਦਰਸ਼ ਪੁੱਤਰ, ਆਦਰਸ਼ ਪਤੀ, ਆਦਰਸ਼ ਰਾਜਾ ਇਸ ਰੂਪ 'ਚ ਦੇਖਿਆ ਜਾਂਦਾ ਹੈ। ਦਿਖਬਾਣੇ ਵੀ ਜ਼ਿਕਰ ਆਂਦਾ ਹੈ। ਹਾਂ, ਆਂਦਾ ਹੈ। ਸ਼ਿਆਮ ਰੰਗ, ਲੰਮੀਆਂ ਬਾਹਾਂ, ਜਿਨ੍ਹਾਂ ਨੂੰ ਆਜਾਨ ਬਾਹੂ ਕਹਿੰਦੇ ਨੇ, ਬੜੇ ਸ਼ਾਂਤ ਤੇ ਸਵੈ ਨਿਯੰਤਰਿਤ। ਫਿਰ ਉਹਨਾਂ ਨੇ ਮਿਥਿਲਾ 'ਚ ਸ਼ਿਵਜੀ ਦਾ ਧਨੁਸ਼ ਤੋੜ ਕੇ ਸੀਤਾ ਜੀ ਨਾਲ ਵਿਆਹ ਕੀਤਾ। ਤੇ ਵਨਵਾਸ, ਉਹ ਵੀ ਤਾਂ ਇੱਕ ਵੱਡੀ ਘਟਨਾ ਸੀ। ਬਿਲਕੁਲ, ਪਿਤਾ ਦੇ ਵਚਨ ਦੀ ਪਾਲਣਾ ਲਈ ਕੈਕਈ ਦੇ ਕਹਿਣ ਤੇ 14 ਸਾਲ ਦਾ ਬਨਵਾਸ ਖੁਸ਼ੀ-ਖੁਸ਼ੀ ਸਵੀਕਾਰ ਕੀਤਾ। ਨਾਲ ਸੀਤਾ ਜੀ ਤੇ ਲਕਸ਼ਮਣ ਵੀ ਗਏ। ਤੇ ਇਸੇ ਨਾਲ ਜੁੜੀ ਰਾਮ ਰਾਜ ਦੀ ਗੱਲ ਜੋ ਅੱਜ ਤੱਕ ਹੁੰਦੀ ਹੈ। ਹਾਂ, ਰਾਮ ਰਾਜ ਦਾ ਮਤਲਬ ਇੱਕ ਆਦਰਸ਼ ਸ਼ਾਸਨ, ਜਿੱਥੇ ਪੂਰਾ ਨਿਆਂ ਹੋਵੇ, ਲੋਕ ਖੁਸ਼ਹਾਲ ਹੋਣ, ਭਲਾਈ ਹੋਵੇ, ਕੋਈ ਜੁਰਮ ਨਾ ਹੋਵੇ, ਕੋਈ ਸ਼ੋਸ਼ਣ ਨਾ ਹੋਵੇ। ਅੱਜ ਕੱਲ ਵੀ ਕਈ ਵਾਰ ਸਰਕਾਰਾਂ ਇਸ ਦਾ ਹਵਾਲਾ ਦਿੰਦੀਆਂ ਨੇ, ਪਰ ਦੋਵਾਂ ਦਾ ਸਮਾਂ ਤੇ ਸੰਦਰਭ ਬਹੁਤ ਵੱਖਰਾ ਹੈ, ਇਹ ਸਮਝਣਾ ਜ਼ਰੂਰੀ ਹੈ। ਠੀਕ। ਇੱਕ ਹੋਰ ਘਟਨਾ, ਵਾਲੀ ਦਾ ਵਧ, ਉਹ ਥੋੜਾ ਵਿਵਾਦਿਤ ਵੀ ਮੰਨਿਆ ਜਾਂਦਾ। ਹਾਂ, ਰਾਮ ਨੇ ਉਹਨੂੰ ਲੁੱਕ ਕੇ ਮਾਰਿਆ ਸੀ, ਪਰ ਉਹਨਾਂ ਨੇ ਇਸ ਨੂੰ ਧਰਮ ਅਨੁਸਾਰ ਸਹੀ ਠਹਿਰਾਇਆ ਸੀ। ਤਰਕ ਇਹ ਸੀ ਕਿ ਵਾਲੀ ਨੇ ਆਪਣੇ ਛੋਟੇ ਭਰਾ ਸੁਗਰੀਵ ਦੀ ਪਤਨੀ ਨੂੰ ਜ਼ਬਰਦਸਤੀ ਰੱਖ ਲਿਆ ਸੀ, ਤੇ ਸ਼ਾਸਤਰ ਕਹਿੰਦੇ ਨੇ ਕਿ ਵੱਡਾ ਭਰਾ ਪਿਤਾ ਸਮਾਨ ਹੁੰਦਾ ਹੈ ਤੇ ਛੋਟੇ ਭਰਾ ਦੀ ਪਤਨੀ ਧੀ ਸਮਾਨ, ਇਸ ਲਈ ਵਾਲੀ ਨੇ ਗਲਤ ਕੀਤਾ ਸੀ। ਅੱਛਾ, ਇਹ ਤਰਕ ਦਿੱਤਾ ਗਿਆ। ਹੁਣ ਲਕਸ਼ਮਣ ਤੇ ਸੀਤਾ ਜੀ ਦੀ ਗੱਲ ਕਰੀਏ। ਲਕਸ਼ਮਣ ਦੀ ਵਫਾਦਾਰੀ ਤਾਂ ਮਿਸਾਲੀ ਹੈ। ਬਿਲਕੁਲ ਜੀ, ਬਿਲਕੁਲ। ਰਾਮ ਦੇ ਛੋਟੇ ਭਰਾ ਨਿਸ਼ਕਾਮ ਸੇਵਾ, ਮਤਲਬ ਬਿਨਾਂ ਕਿਸੇ ਫਲ ਦੀ ਇੱਛਾ ਦੇ ਸੇਵਾ ਤੇ ਵਫਾਦਾਰੀ ਦੀ ਮੂਰਤ, ਪੂਰੇ ਵਨਵਾਸ 'ਚ ਰਾਮ ਦੇ ਨਾਲ ਪਰਛਾਵੇਂ ਵਾਂਗ ਰਹੇ। ਸੂਰਪਨਖਾ ਨੂੰ ਸਜ਼ਾ ਦਿੱਤੀ। ਹਾਂ, ਉਹਦਾ ਨੱਕ ਵੱਢਿਆ ਸੀ। ਤੇ ਮੇਘਨਾਥ ਯਾਨੀ ਰਾਵਣ ਦਾ ਪੁੱਤਰ ਇੰਦਰਜੀਤ ਬਹੁਤ ਸ਼ਕਤੀਸ਼ਾਲੀ ਸੀ, ਉਸ ਨੂੰ ਵੀ ਲਕਸ਼ਮਣ ਨੇ ਮਾਰਿਆ ਸੀ। ਉਹਨਾਂ ਦਾ ਆਪਣਾ ਤਿਆਗ ਵੀ ਬਹੁਤ ਵੱਡਾ ਸੀ। ਤੇ ਸੀਤਾ ਜੀ, ਉਹਨਾਂ ਨੂੰ ਇੱਕ ਆਦਰਸ਼ ਨਾਰੀ ਦੇ ਰੂਪ 'ਚ ਦੇਖਿਆ ਜਾਂਦਾ ਹੈ। ਹਾਂਜੀ, ਰਾਜਾ ਜਨਕ ਦੀ ਧੀ, ਰਾਮ ਦੀ ਪਤਨੀ, ਤਿਆਗ, ਪਵਿੱਤਰਤਾ, ਦ੍ਰਿੜਤਾ ਦਾ ਪ੍ਰਤੀਕ। ਉਹ ਵੀ ਰਾਮ ਨਾਲ ਬਨਵਾਸ ਗਈ। ਫਿਰ ਉਹ ਮਾਰੀਚ ਵਾਲੀ ਘਟਨਾ ਹੋਈ, ਉਹ ਸੁਨਹਿਰੀ ਹਿਰਨ ਵਾਲੀ। ਹਾਂ, ਉਹੀ ਮਾਰੀਚ ਹਿਰਨ ਬਣ ਕੇ ਆਇਆ ਤੇ ਉਸੇ ਦੀ ਮਦਦ ਨਾਲ ਰਾਵਣ ਨੇ ਉਹਨਾਂ ਨੂੰ ਅਗਵਾ ਕੀਤਾ, ਲੰਕਾ ਲੈ ਗਿਆ ਤੇ ਅਸ਼ੋਕ ਵਾਟਿਕਾ 'ਚ ਰੱਖਿਆ। ਪਰ ਇੱਥੇ ਇੱਕ ਹੋਰ ਗੱਲ ਵੀ ਸੁਣੀ ਹੈ, ਮਾਇਆ ਸੀਤਾ ਵਾਲੀ। ਹਾਂ, ਇਹ ਇੱਕ ਦਿਲਚਸਪ ਪਹਿਲੂ ਹੈ। ਰਾਮਚਰਿਤਮਾਨਸ ਵਰਗੇ ਕੁਝ ਗ੍ਰੰਥਾਂ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਰਾਵਣ ਨੇ ਅਸਲ ਵਿੱਚ ਮਾਇਆ ਸੀਤਾ ਜਾਂ ਛਾਇਆ ਸੀਤਾ ਦਾ ਅਗਵਾ ਕੀਤਾ ਸੀ। ਅੱਛਾ, ਯਾਨੀ ਇੱਕ ਭਰਮ। ਹਾਂ, ਕਹਿ ਲਓ ਇੱਕ ਪ੍ਰਤੀਰੂਪ। ਧਾਰਨਾ ਇਹ ਹੈ ਕਿ ਅਸਲ ਸੀਤਾ ਅਗਨੀਦੇਵ ਕੋਲ ਸੁਰੱਖਿਅਤ ਰਹੇ ਤਾਂ ਕਿ ਉਹਨਾਂ ਦੀ ਪਵਿੱਤਰਤਾ ਤੇ ਕੋਈ ਆਂਚ ਨਾ ਆਵੇ। ਵਾਹ, ਇਹ ਤਾਂ ਬਹੁਤ ਅਹਿਮ ਜਾਣਕਾਰੀ ਹੈ। ਚਲੋ ਹੁਣ ਹਨੂਮਾਨ ਜੀ ਵੱਲ ਚੱਲਦੇ ਹਾਂ। ਭਗਤੀ ਤੇ ਸ਼ਕਤੀ ਦਾ ਸੁਮੇਲ। ਸੱਚਮੁੱਚ ਹਨੂਮਾਨ ਜੀ ਵਾਨਰ ਦੇਵਤਾ, ਰਾਮ ਦੇ ਪਰਮ ਭਗਤ। ਉਹਨਾਂ ਨੂੰ ਵਾਯੂ ਪੁੱਤਰ ਯਾਨੀ ਮਾਰੂਤੀ ਵੀ ਕਿਹਾ ਜਾਂਦਾ ਹੈ। ਕੁਝ ਲੋਕ ਸ਼ਿਵ ਜਾਂ ਵਿਸ਼ਨੂੰ ਦਾ ਅਵਤਾਰ ਵੀ ਮੰਨਦੇ ਨੇ। ਤੇ ਉਹਨਾਂ ਦੇ ਕਾਰਨਾਮੇ ਤਾਂ ਗਿਣਨ ਲੱਗੀਏ ਤਾਂ ਹਾਂ, ਅਦਭੁਤ ਨੇ। ਪੂਰਾ ਸਮੁੰਦਰ ਲੰਘ ਕੇ ਲੰਕਾ ਜਾਣਾ, ਸੀਤਾ ਜੀ ਦਾ ਪਤਾ ਲਾਉਣਾ, ਵਿਭੀਸ਼ਣ ਨਾਲ ਮੁਲਾਕਾਤ ਕਰਨੀ, ਫਿਰ ਲੰਕਾ ਨੂੰ ਅੱਗ ਲਾਉਣੀ, ਲੰਕਾ ਦਹਨ। ਖਾਸ ਕਰਕੇ ਤੁਲਸੀਦਾਸ ਦੀ ਰਾਮਚਰਿਤਮਾਨਸ ਤੋਂ ਬਾਅਦ ਉਹ ਭਗਤੀ ਦੇ ਇੱਕ ਵੱਡੇ ਆਦਰਸ਼ ਵਜੋਂ ਉਭਰੇ। ਤੇ ਸਿਰਫ ਭਾਰਤ 'ਚ ਨਹੀਂ, ਥਾਈਲੈਂਡ ਦਾ ਜਿਹੜਾ ਰਾਮਾਕੀਅਨ ਹੈ, ਉਹਦੇ ਵਿੱਚ ਵੀ ਹਨੂਮਾਨ ਦਾ ਕਿਰਦਾਰ ਬਹੁਤ ਅਹਿਮ ਹੈ। ਭਾਵੇਂ ਥੋੜਾ ਵੱਖਰੇ ਰੂਪ 'ਚ ਹੋਵੇਗਾ। ਹਾਂ, ਥੋੜਾ ਵੱਖਰਾ ਹੈ ਪਰ ਮਹੱਤਵਪੂਰਨ ਹੈ। ਅੱਛਾ, ਤੇ ਹੁਣ ਗੱਲ ਕਰੀਏ ਰਾਵਣ ਦੀ। ਇੱਕ ਗੁੰਝਲਦਾਰ ਪਾਤਰ, ਗਿਆਨ ਵੀ ਬਹੁਤ ਪਰ ਹੰਕਾਰ ਵੀ ਉਨਾ ਹੀ। ਬਿਲਕੁਲ, ਲੰਕਾ ਦਾ ਰਾਜਾ, ਮਹਾਨ ਰਿਸ਼ੀ ਵਿਸ਼ਰਵ ਦਾ ਪੁੱਤਰ। ਬ੍ਰਹਮਾ ਤੋਂ ਵਰਦਾਨ ਮਿਲਿਆ ਸੀ ਕਿ ਦੇਵਤੇ, ਦੈਂਤ, ਯਕਸ਼ ਕੋਈ ਨਹੀਂ ਮਾਰ ਸਕੇਗਾ ਸਿਵਾਏ ਮਨੁੱਖਾਂ ਤੇ ਵਾਂਦਰਾਂ ਦੇ। ਤੇ ਇਹੀ ਵਰਦਾਨ ਉਹਦੇ ਅੰਤ ਦਾ ਕਾਰਨ ਬਣਿਆ। ਹਾਂ, ਉਹ ਗਿਆਨੀ ਬਹੁਤ ਸੀ, ਵੇਦਾਂ ਦਾ, ਸ਼ਾਸਤਰਾਂ ਦਾ, ਜੋਤਿਸ਼ ਦਾ, ਪਰ ਨਾਲ ਹੀ ਹੰਕਾਰੀ ਬਹੁਤ ਜ਼ਿਆਦਾ। ਕੁਝ ਅੱਜਕੱਲ ਦੇ ਵਿਸ਼ਲੇਸ਼ਣ ਉਸ ਨੂੰ ਨਾਰਸਿਸਟਿਕ ਵੀ ਕਹਿੰਦੇ ਨੇ, ਮਤਲਬ ਆਪਣੇ ਆਪ ਨੂੰ ਬਹੁਤ ਵੱਡਾ ਸਮਝਣਾ, ਦਿਖਾਵਾ ਕਰਨਾ। ਹਜ਼ਾਰਾਂ ਪਤਨੀਆਂ ਦਾ ਵੀ ਜ਼ਿਕਰ ਆਉਂਦਾ ਹੈ। ਹਾਂ, ਮੰਦੋਦਰੀ ਮੁੱਖ ਰਾਣੀ ਸੀ, ਪਰ ਸੀਤਾ ਨੂੰ ਪਾਉਣ ਦੀ ਜਿਹੜੀ ਉਹਦੀ ਜ਼ਿੱਦ ਸੀ, ਉਹਨੇ ਹੀ ਸਭ ਖਤਮ ਕਰ ਦਿੱਤਾ। ਉਹਦੇ ਭਰਾ ਵਿਭੀਸ਼ਣ ਨੇ ਬਹੁਤ ਸਮਝਾਇਆ, ਪਰ ਉਹ ਨਹੀਂ ਮੰਨਿਆ। ਹੰਕਾਰ ਅੱਗੇ ਕੁਝ ਨਹੀਂ ਦਿਸਿਆ ਤੇ ਅੰਤ ਵਿੱਚ ਰਾਮ ਦੇ ਹੱਥੋਂ ਮਾਰਿਆ ਗਿਆ। ਚਲੋ ਅਖੀਰ ਵਿੱਚ ਰਾਮ ਸੇਤੂ ਦੀ ਗੱਲ ਕਰਦੇ ਹਾਂ। ਇਹ ਵੀ ਬੜਾ ਦਿਲਚਸਪ ਵਿਸ਼ਾ ਹੈ। ਇਤਿਹਾਸ, ਵਿਸ਼ਵਾਸ, ਵਿਗਿਆਨ ਸਭ ਕੁਝ ਰਲਿਆ ਮਿਲਿਆ। ਸਹੀ ਗੱਲ ਹੈ।
ਰਾਮਾਇਣ ਤਾਂ ਇਹੀ ਕਹਿੰਦੀ ਹੈ ਕਿ ਇਹ ਪੁਲ ਵਾਨਰ ਸੈਨਾ ਨੇ ਬਣਾਇਆ ਸੀ ਨਲ ਤੇ ਨੀਲ ਦੀ ਦੇਖਰੇਖ ਹੇਠ ਤਾਂ ਕਿ ਲੰਕਾ ਜਾਇਆ ਜਾ ਸਕੇ। ਉਹ ਤੈਰਦੇ ਪੱਥਰਾਂ ਵਾਲੀ ਕਹਾਣੀ ਇਸੇ ਨਾਲ ਜੁੜੀ ਹੈ। ਤੇ ਭੂਗੋਲਿਕ ਤੌਰ ਤੇ ਇਹ ਕੀ ਚੀਜ਼ ਹੈ? ਭੂਗੋਲਿਕ ਤੌਰ ਤੇ ਇਹ ਭਾਰਤ ਦੇ ਕਿਨਾਰੇ ਧਨੁਸ਼ਕੋਡੀ ਰਾਮੇਸ਼ਵਰਮ ਕੋਲ ਤੋਂ ਲੈ ਕੇ ਸ਼੍ਰੀਲੰਕਾ ਦੇ ਤਲਾਈ ਮੰਨਾਰ ਤੱਕ ਚੂਨੇ ਦੇ ਪੱਥਰਾਂ ਦੀ ਇੱਕ ਲੜੀ ਹੈ, ਮਤਲਬ ਛੋਟੇ-ਛੋਟੇ ਟਾਪੂਆਂ ਜਾਂ ਉਬਾਰਾਂ ਦੀ ਲੜੀ। ਤੇ ਜਿਹੜੀ ਆਈਸਰੋ ਦੀ ਖੋਜ ਦੀ ਗੱਲ ਆਪਾਂ ਸ਼ੁਰੂ ਚ ਕੀਤੀ ਸੀ, ਹਾਂ, ਆਈਸਰੋ ਨੇ ਸੈਟੇਲਾਈਟ ਤਸਵੀਰਾਂ ਨਾਲ ਪੁਸ਼ਟੀ ਕੀਤੀ ਹੈ ਕਿ ਇੱਕ ਲੜੀ ਮੌਜੂਦ ਹੈ, ਪਰ ਹੁਣ ਜ਼ਿਆਦਾਤਰ ਪਾਣੀ ਦੇ ਥੱਲੇ ਡੁੱਬੀ ਹੋਈ ਹੈ। ਲਗਭਗ 99.8% ਹਿੱਸਾ ਪਾਣੀ ਦੇ ਹੇਠ ਹੈ। ਅੱਛਾ, ਇਹ ਦਿਲਚਸਪ ਹੈ ਕਿ ਜਿੱਥੇ ਵਿਸ਼ਵਾਸ ਇਹਨੂੰ ਬਣਾਇਆ ਹੋਇਆ ਮੰਨਦਾ ਹੈ, ਉੱਥੇ ਵਿਗਿਆਨ ਇਹਦੀ ਮੌਜੂਦਗੀ ਦੀ ਗਵਾਹੀ ਭਰਦਾ ਹੈ। ਕੁਝ ਪੁਰਾਣੇ ਮੰਦਰ ਰਿਕਾਰਡ ਤਾਂ ਇਹ ਵੀ ਕਹਿੰਦੇ ਨੇ ਕਿ 1480 ਤੱਕ ਇਹ ਪਾਣੀ ਤੋਂ ਉੱਤੇ ਸੀ, ਪੈਦਲ ਲੰਘਿਆ ਜਾ ਸਕਦਾ ਸੀ, ਪਰ ਫਿਰ ਕਿਸੇ ਵੱਡੇ ਤੂਫਾਨ 'ਚ ਡੁੱਬ ਗਿਆ। ਤੇ ਭੂ ਵਿਗਿਆਨ ਕੀ ਕਹਿੰਦਾ? ਭੂ ਵਿਗਿਆਨਕ ਸਬੂਤ ਵੀ ਮਿਲਦੇ ਨੇ ਕਿ ਪੁਰਾਣੇ ਸਮਿਆਂ 'ਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਜ਼ਮੀਨੀ ਰਸਤਾ ਰਿਹਾ ਹੋਵੇਗਾ। ਤਾਂ ਕੁੱਲ ਮਿਲਾ ਕੇ ਇਸ ਸਾਰੀ ਗੱਲਬਾਤ ਤੋਂ ਕੀ ਨਿਕਲਦਾ ਹੈ? ਰਾਮਾਇਣ ਸਿਰਫ ਇੱਕ ਕਹਾਣੀ ਜਾਂ ਮਹਾਕਾਵਿ ਨਹੀਂ? ਨਹੀਂ, ਬਿਲਕੁਲ ਨਹੀਂ। ਇਹ ਤਾਂ ਨੈਤਿਕਤਾ, ਫਰਜ਼, ਭਗਤੀ ਤੇ ਆਖਰ 'ਚ ਬੁਰਾਈ ਤੇ ਚੰਗਾਈ ਦੀ ਜਿੱਤ ਦਾ ਇੱਕ ਬਹੁਤ ਵੱਡਾ ਸੰਦੇਸ਼ ਹੈ। ਇਹਦੇ ਪਾਤਰ, ਇਹਦੀਆਂ ਘਟਨਾਵਾਂ ਸਦੀਆਂ ਤੋਂ ਸਾਡੇ ਸੱਭਿਆਚਾਰ ਨੂੰ, ਸਾਡੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਆਈਆਂ ਨੇ। ਤੇ ਜਿਵੇਂ ਆਪਾਂ ਦੇਖਿਆ, ਵੱਖ-ਵੱਖ ਸਰੋਤ, ਵੱਖ-ਵੱਖ ਕਹਾਣੀਆਂ, ਇਤਿਹਾਸਿਕ ਹਵਾਲੇ ਤੇ ਹੁਣ ਵਿਗਿਆਨਿਕ ਖੋਜਾਂ ਵੀ, ਇਹ ਸਭ ਮਿਲ ਕੇ ਇਸ ਵਿਸ਼ੇ ਨੂੰ ਹੋਰ ਵੀ ਡੂੰਘਾ ਤੇ ਦਿਲਚਸਪ ਬਣਾ ਦਿੰਦੇ ਨੇ। ਹਾਂਜੀ, ਇਹ ਦਿਖਾਉਂਦਾ ਕਿ ਕਿਵੇਂ ਇੱਕ ਪ੍ਰਾਚੀਨ ਗਾਥਾ ਅੱਜ ਵੀ ਸਾਡੇ ਲਈ ਕਿੰਨੀ ਪ੍ਰਸੰਗਿਕ ਹੈ, ਕਿੰਨੀ ਜੀਵੰਤ ਹੈ। ਬਿਲਕੁਲ। ਤੇ ਜਾਂਦੇ-ਜਾਂਦੇ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਈਏ। ਰਾਮਾਇਣ ਦੇ ਜਿਹੜੇ ਆਦਰਸ਼ ਨੇ, ਜਿਵੇਂ ਰਾਮ ਰਾਜ, ਆਗਿਆਕਾਰੀ ਪੁੱਤਰ, ਵਫਾਦਾਰ ਭਰਾ, ਸਮਰਪਿਤ ਭਗਤ, ਅੱਜ ਦੇ ਇਸ ਤੇਜ਼ੀ ਨਾਲ ਬਦਲਦੇ ਸਮਾਜ ਵਿੱਚ ਇਹਨਾਂ ਦੀ ਕਿੰਨੀ ਕੁ ਥਾਂ ਹੈ? ਇਹਨਾਂ ਤੋਂ ਅੱਜ ਕੀ ਸਿੱਖਿਆ ਜਾ ਸਕਦਾ ਹੈ? ਇਸ ਬਾਰੇ ਸੋਚਿਆ जा सकता है। हाँ, बिल्कुल सोचने वाली गल है। आज हम रामायण के लाजवाल किस्से का एक गहराई से जायजा ले रहे हैं। हमारे सामने मुख्तलिफ जराए हैं, कुछ मजहबी, कुछ इल्मी और हाँ, राम सेतु पर कुछ हालिया रिपोर्ट्स भी। जी बिल्कुल। तो मकसद ये है कि इन माखज़ की रोशनी में भगवान राम के सफ़र को समझें, अहम किरदारों जैसे हनुमान जी और लक्ष्मण जी, उनकी अहमियत और फिर वो राम राज्य का तसव्वुर, इस पर बात करें। बिल्कुल। ये समझना कि एक मिसाली इंसान, एक मिसाली हुक्मरानी इन जराए में कैसे दिखाई गई है। हाँ, तो शुरू कहाँ से करें? शायद विष्णु के अवतारों से। हाँ, एक माखज़ में जिक्र है उनका, जैसे मत्स्या यानी मछली, वराह जो सुअर थे, नृसिंह जी, वामन, परशुराम, ये सब अवतार मतलब एक तरह से जमीन पर धर्म के कयाम के लिए आए। तो ये गोया एक पसे मंजर बनता है कि इलाही ताकत मुदाखलत करती है जब अधर्म बढ़ जाता है। बिल्कुल। और इसी सिलसिले में भगवान राम आते हैं विष्णु के 7वें अवतार के तौर पर। कहानी के मरकजी किरदार राम, जिन्हें अक्सर मर्यादा पुरुषोत्तम कहा जाता है, मतलब उसूलों पर चलने वाला बेहतरीन इंसान। जराए बताते हैं कि वो बहुत रास्तबाज, फर्ज शनास, हमदर्द थे। जी, स्वामी विवेकानंद ने भी कहा कि वो सच्चाई और इखलाकियात का मुजस्समा थे। लेकिन ये मिसाली होना जाहिर है आसान तो नहीं होता। हाँ, जैसे उनका वो 14 साल का वनवास, रानी कैकेयी ने अपने वो 2 वादे मांग लिए। और बादशाह दशरथ दुखी तो थे, मगर राम ने फौरन कबूल कर लिया अपने वालिद के वादे की खातिर। ये उनकी फर्जशनासी की बड़ी मिसाल है। और इसी मर्यादा पुरुषोत्तम वाले पहलू से जुड़ी है। जी। और इस सफर में वो अकेले नहीं थे, सीता जी और लक्ष्मण जी भी साथ गए। लक्ष्मण जी का किरदार तो बहुत अहम है। उनकी वफादारी गैर मुतज़िलज़िल थी, वो हमेशा राम के साथ रहे। हाँ, और कुछ वाकयात भी उनसे जुड़े हैं, जैसे वो रावण की बहन शूर्पणखा, उसकी नाक काटना, उससे कहानी में एक बड़ा मोड़ आया। सही कहा। लक्ष्मण जी का किरदार मुकम्मल वफादारी और हिफाजत की अलामत है। फिर बनवास के दौरान ही वो वाकया हुआ जब सीता जी का अगवा हुआ। हाँ, जब रावण साधु का भेष बदल कर आया। वो लक्ष्मण रेखा वाली बात भी सुनिए। जी, कहा जाता है कि लक्ष्मण जी ने एक हिफाजती लकीर खींची थी, लेकिन रावण ने किसी तरह सीता जी को धोखे से उस लकीर से बाहर बुला लिया और फिर उन्हें लंका ले गया। और यहाँ से फिर हनुमान जी का किरदार बहुत नुमाया होता है। बिल्कुल। हनुमान जी राम के सबसे बड़े भक्त। कुछ जराए उन्हें वायु देवता का रूहानी बेटा कहते हैं, कुछ शिव का अवतार। उनके कारनामे तो मतलब हैरान कुन है। वाकई, समुंदर पार करके लंका पहुंच जाना, फिर वहां सीता जी को ढूंढना अशोक वाटिका में, फिर लंका दहन यानी लंका को आग लगाना। और वो संजीवनी बूटी वाला वाकया, जब वो पूरा पहाड़ी उठा लाए थे लक्ष्मण जी के लिए। जी हाँ, ये सब उनकी गैर मामूली ताकत और भक्ति को जाहिर करता है। उन्हें चिरंजीवी भी माना जाता है, यानी लाजवाल, और वो अपनी शक्ल भी बदल सकते थे, कामरूपन। जबरदस्त। अच्छा, अब दूसरी तरफ आते हैं, रावण, लंका का बादशाह। हाँ, रावण, कहानी का विलन। लेकिन दिलचस्प बात यह है कि जराए इसे बहुत बड़ा आलिम, ताकतवर और शिव भक्त भी बताते हैं। तो फिर मसला कहाँ था? इतना इल्म, इतनी ताकत, फिर अंजाम बुरा क्यों? तकब्बुर। जराए के मुताबिक इसमें तकब्बुर और खुद पसंदी बहुत थी। एक माखज़ तो इसकी शख्सियत का नफ्सियाती तज्जिया करते हुए नरगिसियत
की तरफ भी इशारा करता है। अच्छा, और यही गुरूर, यही तकब्बुर इसकी शिकस्त का सबब बना। राम ने विभीषण के बताने पर उसकी नाफ में तीर मारा और उसका खात्मा हुआ। तो इल्म और ताकत का गलत इस्तेमाल। बिल्कुल। अच्छा, लंका पर हमले से पहले वो राम सेतु की तामीर का जिक्र है, पुल का। हाँ, नल और नील वो वानर इंजीनियर थे जिन्होंने बनाया था, है ना? जी, और आजकल इस पर काफी बात होती है। इसरो की सैटेलाइट तस्वीरों ने भी भारत के धनुषकोडी और श्रीलंका के तलाई मनार के दरमियान एक साख्त दिखाई है। तो कुछ तो है वहाँ। हाँ, अगरचे अब ज्यादातर पानी के नीचे है। एक तारीखी रिकॉर्ड ये भी कहता है कि 1480 तक ये पुल समुद्र से ऊपर था, फिर किसी तूफान में डूब गया। दिलचस्प। अच्छा, जंग जीतने और राम की वापसी के बाद का दौर राम राज्य कहलाता है। ये क्या तस्वुर है जैसा इन जराये में बताया गया? राम राज्य इन जराये के मुताबिक एक मिसाली रियासत थी, जहाँ इंसाफ हो, अमन हो, खुशहाली हो, अवाम की फलाह व बहबूद सबसे अहम हो। कहा जाता है वहाँ गुर्बत नहीं थी, दुख नहीं था, लोग नेक थे। जी, और बादशाह अवामी राय का बहुत एहतराम करता था। हालांकि वो सीता जी को छोड़ने वाला वाकया जो अवामी राय पर मबनी था, वो अक्सर मुतनाज़ा समझा जाता है। कुछ कहते हैं कि ये बाद में शामिल किया गया। बिल्कुल, ये एक पेचीदा पहलू है और जराये में भी इस पर मुख्तलिफ आरा हैं। बहरहाल, राम राज्य का ये आइडियल बाद में भी बहुत अहम रहा। जैसे गांधी जी ने उसे स्वराज के लिए एक इस्तारे के तौर पर इस्तेमाल किया। जी हाँ, और कुछ माखज़ जदीद दौर में भी इसकी मिसालें देखते हैं, जैसे वजीर आजम मोदी का नारा सबका साथ, सबका विकास, सबका विश्वास। इसे भी इसी तरह की मिसाली हुक्मरानी के तस्वर से जोड़ा जाता है। तो आज हमने इन जराये की रोशनी में रामायण के कई अहम पहलू देखे। राम का मर्यादा पुरुषोत्तम होना, लक्ष्मण की वफादारी, हनुमान की भक्ति और ताकत, और दूसरी तरफ रावण का इल्म और तकब्बुर, राम सेतु की हकीकत पर बात की और राम राज्य के मिसाली तस्वुर को समझने की कोशिश की। ये कहानियां और किरदार वाकई सदियों से लोगों के लिए माने खेज रहे हैं। जी, और इन पर गौर और फिक्र जारी रहता है। आखिर में एक सवाल शायद छोड़ना चाहिए कि ये कदीम नजरियात जैसे मर्यादा पुरुषोत्तम या राम राज्य जैसा कि उन मुतून में हैं, आज के दौर में हमारे माशरे में क़यादत और हुक्मरानी के जो जदीद तस्वुरात हैं, उनसे उनका क्या ताल्लुक बनता है? क्या वो मुताबिकत रखते हैं या कहीं टकराव है? ये वाकई एक अहम नुक्ता है गौर करने के लिए। जय सिया राम। क्या आपने कभी ऐसे राजा के बारे में सुना है जिसने राज सिंहासन को एक वचन के लिए त्याग दिया? एक ऐसा राजकुमार जो महलों की सुख सुविधा छोड़कर 14 वर्षों तक वनों में भटकता रहा। ये कहानी है त्याग, तपस्या और मर्यादा की। ये गाथा है भगवान विष्णु के 7वें अवतार मर्यादा पुरुषोत्तम श्री राम की। श्री राम का जन्म त्रेता युग में अयोध्या के राजा दशरथ और महारानी कौशल्या के यहाँ हुआ था। वे भगवान विष्णु के 7वें अवतार थे, जिनका अवतरण पृथ्वी से अधर्म और अत्याचार को मिटाने के लिए हुआ था। गुरु वशिष्ठ और विश्वामित्र के सानिध्य में उन्होंने वेद शास्त्रों और दिव्यास्त्रों की शिक्षा प्राप्त की। विश्वामित्र के साथ ही वे मिथिला पहुंचे, जहां उन्होंने भगवान शिव के दिव्य धनुष पिनाक पर प्रत्यंचा चढ़ाकर देवी सीता का स्वयंवर जीता। जब उनके राज्याभिषेक का समय आया तो उनकी सौतेली माँ कैकेयी ने राजा दशरथ से अपने 2 वचन मांगे, भरत के लिए राजगद्दी और राम के लिए 14 वर्ष का वनवास। पिता के वचन की मर्यादा रखने के लिए श्री राम ने राजपाट का त्याग कर वनवास जाना स्वीकार किया। ये 14 वर्ष की अवधि कोई साधारण संख्या नहीं थी। उस युग के नियमानुसार यदि कोई राजकुमार 14 वर्षों के लिए अपना सिंहासन त्याग देता तो वो उस पर अपना अधिकार हमेशा के लिए खो देता था। उनके साथ उनकी पत्नी सीता और भाई लक्ष्मण भी स्वेच्छा से वन चले गए। वनवास के दौरान ही लंका के राक्षस राजा रावण की बहन शूर्पणखा ने श्री राम के सामने विवाह का प्रस्ताव रखा। जब उन्होंने मना किया तो वो सीता पर झपटी और क्रोध में आकर लक्ष्मण ने उसकी नाक काट दी। अपनी बहन के अपमान का बदला लेने के लिए रावण ने छल से सीता का हरण कर लिया और उन्हें लंका की अशोक वाटिका में बंदी बना लिया। सीता की खोज में श्री राम की भेंट हनुमान और सुग्रीव से हुई। उन्होंने अधर्मी बाली का वध करके सुग्रीव को किष्किंधा का राजा बनाया। बदले में सुग्रीव ने अपनी पूरी वानर सेना को सीता की खोज में लगा दिया। हनुमान जो भक्ति और शक्ति के प्रतीक हैं, उन्होंने एक ही छलांग में समुद्र लांघकर लंका में सीता का पता लगाया और लंका में आग लगा दी। लंका तक पहुंचने के लिए नल और नील के निर्देशन में वानर सेना ने राम नाम के पत्थरों से एक सेतु का निर्माण किया, जिसे आज हम राम सेतु के नाम से जानते हैं। इसके बाद धर्म और अधर्म के बीच एक भीषण युद्ध हुआ। लक्ष्मण ने रावण के पुत्र मेघनाद का और श्री राम ने उसके भाई कुंभकर्ण का वध किया। अंत में श्री राम ने विभीषण से रावण की मृत्यु का रहस्य जानकर ब्रह्मास्त्र से उसका संहार किया। 14 वर्ष का वनवास पूरा करके श्री राम, सीता और लक्ष्मण अयोध्या लौटे। उनके आगमन की खुशी में पूरी अयोध्या को दियों से सजाया गया और तभी से दिवाली का पर्व मनाया जाता है। श्री राम के शासनकाल को राम राज्य कहा जाता है, जो शांति, समृद्धि और न्याय का प्रतीक है। श्री राम का जीवन हमें सिखाता है कि परिस्थितियां कितनी भी कठिन क्यों ना हो, हमें हमेशा धर्म और मर्यादा के मार्ग पर चलना चाहिए।
संक्षेप में ये कहानी है एक आदर्श पुत्र की जिसने पिता के वचन के लिए राज्य त्यागा, एक आदर्श पति की जिसने अपनी पत्नी के सम्मान के लिए युद्ध किया, और एक आदर्श राजा की जिसने एक ऐसे राज्य की स्थापना की जिसे आज तक याद किया जाता है। अगर आपको मर्यादा पुरुषोत्तम श्री राम की ये कहानी पसंद आई हो तो वीडियो को लाइक करें, अपने दोस्तों के साथ शेयर करें और हमारे चैनल को सब्सक्राइब करना ना भूलें। आप सभी पर श्री राम की कृपा बनी रहे। जय श्री राम।